ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਆਪਣੇ ਟੀਵੀ ਚੈਨਲ ਰਾਹੀਂ ਕੁਛ ਸਿੱਖ ਦ੍ਰਿਸ਼ਟੀ ਤੋਂ ਜਿਹੜੇ ਮੁੱਦੇ ਹੈ ਵੱਖ-ਵੱਖ ਵਿਸ਼ਿਆਂ, ਭਾਵੇਂ ਉਹ ਸਿਆਸੀ ਹੋਣ, ਧਾਰਮਿਕ ਹੋਣ, ਸਮਾਜਿਕ ਹੋਣ, ਉਹਨਾਂ ਦੇ ਪ੍ਰਤੀ ਆਪਣੇ ਦ੍ਰਿਸ਼ਟੀ ਨੂੰ ਸਮਾਜ ਦੇ ਸਾਹਮਣੇ ਰੱਖਣ ਲਈ, ਲੋਕਾਂ ਦੇ ਸੰਗਤਾਂ ਦੇ ਵਿੱਚ ਲੈ ਕੇ ਜਾਣ ਲਈ ਜਿਹੜਾ ਉਪਰਾਲਾ ਸ਼ੁਰੂ ਕਰ ਰਹੇ ਹਾਂ। ਉਸ ਉਪਰਾਲੇ ਦੇ ਵਿੱਚ ਅੱਜ ਅਸੀਂ ਜਿਹੜਾ ਜਿਹੜਾ ਕੱਲ੍ਹ ਕਾਂਗਰਸ ਪਾਰਟੀ ਵੱਲੋਂ ਐਲਾਨ ਕੀਤਾ ਗਿਆ ਦਲਿਤ ਸਿੱਖ ਜਿਹੜਾ ਚਿਹਰਾ ਪੰਜਾਬ ਦੇ ਵਿੱਚ, ਪੰਜਾਬ ਦੇ ਮੁੱਖ ਮੰਤਰੀ ਵਾਸਤੇ ਚਰਨਜੀਤ ਸਿੰਘ ਚੰਨੀ ਦਾ, ਉਸ ਵਿਸ਼ੇ ਉੱਤੇ ਆਪਣੇ ਜਿਹੜੇ ਵਿਚਾਰ ਰੱਖਣਾ ਚਾਹਾਂਗੇ। ਭਾਵੇਂ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਜਿਹੜੀ ਚੁਣਾਵੀ ਰਾਜਨੀਤੀ ਹੈ ਜਾਂ ਇਹਦੇ ਵਿੱਚ ਕੋਈ ਨਾ ਹਿੱਸੇਦਾਰੀ ਲੈਂਦੀ ਹੈ ਅਤੇ ਨਾ ਹੀ ਸਾਡੀ ਕੋਈ ਸਰਗਰਮ ਇਹਦੇ 'ਚ ਕੋਈ ਭੂਮਿਕਾ ਆ, ਫਿਰ ਵੀ ਕਿਉਂਕਿ ਕੁਛ ਇਸ਼ੂ ਹੈ ਜਿਹੜੇ ਸਾਡੇ ਨਾਲ ਸਿਧਾਂਤਕ ਤੌਰ 'ਤੇ ਬੜਾ ਜਿਨ੍ਹਾਂ ਦਾ ਵਾਹ ਵਾਸਤਾ ਆ, ਖਾਸ ਕਰਕੇ ਜਦੋਂ ਅਸੀਂ ਸਿੱਖ ਐਂਗਲ ਤੋਂ, ਸਿੱਖ ਦ੍ਰਿਸ਼ਟੀ ਤੋਂ ਸਮਾਜ ਨੂੰ ਦੇਖਦੇ ਹਾਂ ਤਾਂ ਗੁਰੂ ਜਿਹੜਾ ਸਿੱਖ ਆਸ਼ਾ ਦੇ ਗੱਲ ਹੈਗੀ ਹੈ, ਜਿਸ ਨੂੰ ਪੰਥ ਪ੍ਰਕਾਸ਼ ਵਿੱਚ ਵੀ ਕਿਹਾ ਗਿਆ ਹੈ, ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ ਯਾਦ ਕਰੇ ਹਮਰੀ ਗਰਿਆਈ। ਜਾਂ ਅਸੀਂ ਕਿ ਭਾਈ ਲਾਲੋ ਦਾ ਜਿਹੜਾ ਸੰਕਲਪ ਹੈ, ਭਾਈ ਲਾਲੋਆਂ ਦਾ ਕਿਰਤੀਆਂ ਦਾ ਜਿਹੜਾ ਹੈਗਾ ਆ, ਉਸ ਪ੍ਰਤੀ ਕੀ ਦ੍ਰਿਸ਼ਟੀ ਹੈ, ਗਰੀਬਾਂ ਨੂੰ ਲੈ ਕੇ ਉਹ ਸਾਡਾ ਕੀ ਹੈ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ। ਜਿਹੜੇ ਸਾਡੇ ਇਸ ਸੰਸਾਰ ਦੇ ਵਿੱਚ, ਇਸ ਲੋਕ ਦੇ ਵਿੱਚ ਇਸ਼ੂ ਨੇ, ਉਹਨਾਂ ਪ੍ਰਤੀ ਅਸੀਂ ਜਿਹੜਾ ਆ ਆਪਣਾ ਵਿਚਾਰ ਜਿਹੜੇ ਉਹ ਰੱਖਣੇ ਆ। ਸਾਨੂੰ ਇਹ ਲੱਗਦਾ ਹੈ ਕਿ ਜਿਹੜੇ ਸਾਡੇ ਗ੍ਰੰਥ ਨੇ, ਜੇ ਸਾਡੇ ਪਵਿੱਤਰ ਗ੍ਰੰਥ ਹੈ ਜਾਂ ਸਾਰਾ ਸਿੱਖ ਸਾਹਿਤ ਹੈ, ਉਹਨਾਂ ਪ੍ਰਤੀ ਜਿਹੜਾ ਜਾਤ ਪਾਤ ਦਾ ਕੋਈ ਕਿਸੇ ਕਿਸਮ ਦਾ ਵਿਤਕਰੇ ਦੀ ਕੋਈ ਗੁੰਜਾਇਸ਼ ਨਹੀਂ ਸਿਧਾਂਤਕ ਤੌਰ 'ਤੇ, ਪਰੰਤੂ ਸਮਾਜਿਕ ਤੌਰ 'ਤੇ ਜਿਹੜਾ ਆ ਸਿੱਖ ਮਿਸਲਾਂ ਦੇ ਤੋਂ ਬਾਅਦ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜਾ ਸਿੱਖ ਸਮਾਜ ਦੇ ਵਿੱਚ ਜਿਹੜੀ ਇਹ ਜਾਤ ਪਾਤ ਦੀ ਪ੍ਰਥਾ ਹੈ ਜਾਂ ਵਰਨ ਵੰਡ ਦਾ ਜਿਹੜਾ ਪ੍ਰਭਾਵ ਹੈ, ਉਹ ਭਾਵੇਂ ਬਾਕੀ ਹਿੰਦੁਸਤਾਨ ਦੇ ਮੁਕਾਬਲੇ ਬਹੁਤ ਘੱਟ ਹੈ, ਪਰੰਤੂ ਸਿੱਖੀ ਦਾ ਸਿਧਾਂਤ ਹੈ ਜਿਹੜਾ ਉਹ ਅਲਾਓ ਨਹੀਂ ਕਰਦਾ ਕਿਸੇ ਵੀ ਰੂਪ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਵਿਤਕਰਾ ਹੋਵੇ। ਪਰੰਤੂ ਸਾਡੇ ਸਮਾਜ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਹੁਣ ਤੱਕ ਬਹੁਤ ਸਾਰੇ ਖਿੱਤੇ ਹੈ ਜਾਂ ਇਹਦੇ ਹੈਗੇ ਆ ਜਿੱਥੇ ਸਾਨੂੰ ਲੱਗਦਾ ਕਿ ਵਿਤਕਰਾ ਸਮਾਜਿਕ ਤੌਰ 'ਤੇ ਹੋ ਰਿਹਾ ਆ ਜਾਤ ਪਾਤ ਨੂੰ ਆਧਾਰ 'ਤੇ। ਇਸੇ ਕਰਕੇ ਅਸੀਂ ਦੇਖਦੇ ਹਾਂ ਕਿ ਜੇ ਅਸੀਂ ਹੁਣ ਗੱਲ ਕਰੀਏ ਕਿ ਪਿਛਲੇ ਜਿਹੜਾ ਕੋਈ ਲਗਭਗ ਪੰਜਾਬ ਦਾ ਸੀ, ਜਦੋਂ ਪੰਜਾਬ ਹੋਂਦ 'ਚ ਆਇਆ ਆ ਆਜ਼ਾਦੀ ਤੋਂ ਬਾਅਦ, ਕੋਈ ਇੱਕ ਜਿਹੜਾ ਆ ਪੰਜਾਬ ਦਾ ਮੁੱਖ ਮੰਤਰੀ ਦੇ ਤੌਰ 'ਤੇ ਕਿਸੇ ਦਲਿਤ ਵਰਗ 'ਚੋਂ ਨਾ ਆਉਣਾ, ਇਹ ਕੋਈ ਇਸ ਤਰ੍ਹਾਂ ਦਾ ਨਹੀਂ ਸਾਨੂੰ ਲੱਗਦਾ ਕਿ ਇਹ ਵੀ ਇੱਕ ਪੰਜਾਬ ਦੇ ਵਿੱਚ ਜਿਹੜਾ ਇੱਕ ਨਰੇਟਿਵ ਸਿਰਜਿਆ ਗਿਆ ਕਿ ਪੰਜਾਬ ਦੇ ਵਿੱਚ ਸਿਰਫ ਜੱਟ ਸਿੱਖ ਹੀ ਜਿਹੜਾ ਆ ਉਹ ਮੁੱਖ ਮੰਤਰੀ ਬਣ ਸਕਦਾ ਆ, ਜਾਂ ਖਾਸ ਅਸੀਂ ਕਹੀਏ ਇੱਕ ਖਾਸ ਘਰਾਣਿਆਂ ਤੋਂ, ਖਾਸ ਪਰਿਵਾਰਾਂ ਤੋਂ ਬਣ ਸਕਦੇ ਆ। ਇਸ ਇਹਦੇ ਵਿੱਚ ਕਿਹੜੇ ਜਿਹੜੇ ਆ ਜਿਹੜੇ ਉਹ ਇਹਦੇ ਜ਼ਿੰਮੇਵਾਰ ਨੇ, ਜਿਹੜੀਆਂ ਪ੍ਰਸਥਿਤੀਆਂ ਨੇ, ਪਰੰਤੂ ਉਹਨਾਂ ਦੀ ਨਿਸ਼ਾਨਦੇਹੀ ਤਾਂ ਅਲੱਗ ਵਿਸ਼ਾ ਹੈਗਾ ਆ। ਅੱਜ ਅਸੀਂ ਕਹਿੰਦੇ ਹਾਂ ਕਿ ਕਿਸੇ ਭਾਵੇਂ ਉਹਨਾਂ ਦੀ ਧਾਰਮਿਕ, ਉਹਨਾਂ ਦੀ ਭਾਵੇਂ ਸਿਆਸੀ ਮਜਬੂਰੀ ਹੋਵੇ, ਪਰੰਤੂ ਕਿਸੇ ਵੀ ਪਾਰਟੀ ਨੇ ਇਸ ਇਸ਼ੂ ਨੂੰ ਕਿਸੇ ਨਾ ਕਿਸੇ ਰੂਪ ਵਿੱਚ ਲੈ ਕੇ ਆਂਦਾ ਆ। ਪਹਿਲਾਂ ਇਹ ਜਿਹੜਾ ਆ ਪਿਛਲੀ ਵਾਰੀ ਜਿਹੜਾ ਇਹ ਆਮ ਆਦਮੀ ਪਾਰਟੀ ਨੇ ਵੀ ਇਸ਼ੂ ਚੱਕਿਆ ਸੀਗਾ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਆ ਉਹ ਦਲਿਤ ਜਿਹੜਾ ਆ ਵਰਗ ਦੇ ਵਿੱਚੋਂ ਪੰਜਾਬ ਦਾ ਜਿਹੜਾ ਵਿਰੋਧੀ ਧਿਰ ਦਾ ਨੇਤਾ ਆ ਉਹ ਲੈ ਕੇ ਆਉਣਾ ਆ। ਉਹਨਾਂ ਦੀ ਵੀ ਸਿਆਸੀ ਕੋਈ ਚਾਲ ਹੋ ਸਕਦੀ ਆ, ਲੇਕਿਨ ਹੁਣ ਜਿਹੜਾ ਆ ਕਾਂਗਰਸ ਵੱਲੋਂ ਜਦੋਂ ਇਹ ਐਲਾਨ ਕੀਤਾ ਗਿਆ ਆ ਤਾਂ ਅਸੀਂ ਹਰ ਉਸ ਕਦਮ ਦਾ ਕਿਸੇ ਵੀ ਪਾਰਟੀ ਵੱਲੋਂ ਕੀਤਾ ਗਿਆ ਹੋਵੇ ਜਿਹੜਾ ਗਰੀਬਾਂ ਦੇ ਨੂੰ ਜਿਹੜੀ ਰਾਜਨੀਤਿਕ ਸਿਆਸੀ ਤੌਰ 'ਤੇ ਹਿੱਸੇਦਾਰੀ ਵਧਾਉਣ ਵੱਲ ਕੋਈ ਵੀ ਉਦਮ ਕਰਦਾ ਆ, ਅਸੀਂ ਉਸ ਦੀ ਸ਼ਲਾਘਾ ਕਰਦੇ ਹਾਂ। ਸਾਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਇਸ਼ੂ ਹੈ। 33% ਜਿਹੜੀ ਆਬਾਦੀ ਹੈ ਪੰਜਾਬ ਦੀ, ਤੀਜਾ ਹਿੱਸਾ ਆਬਾਦੀ ਹੈ, ਉਹਨਾਂ ਨੂੰ ਇੰਨਾ ਚਿਰ ਇਗਨੋਰ ਕਰਕੇ ਨਾ ਇੱਥੇ ਕਿਸੇ ਸੂਬੇ ਦੀ ਤਰੱਕੀ ਹੋ ਸਕਦੀ ਹੈ, ਨਾ ਸਮਾਜ ਦੇ ਵਿੱਚ ਜਿਹੜਾ ਗੁਰੂ ਸਾਨੂੰ ਕਹਿ ਕੇ ਗਏ ਆ, ਗੁਰੂ ਸਾਹਿਬਾਨਾਂ ਦਾ ਜਿਹੜਾ ਸੰਦੇਸ਼ ਹੈ ਉਹ ਲਾਗੂ ਕੀਤਾ ਜਾ ਸਕਦਾ ਜੇ ਉਹਨਾਂ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਵਿਤਕਰਾ ਕਰਾਂਗੇ। ਸੋ ਰਾਜਨੀਤਿਕ ਤੌਰ 'ਤੇ ਹਿੱਸੇਦਾਰੀ ਜੇਕਰ ਦਲਿਤ
ਸਮਾਜ ਦੀ ਵੱਧਦੀ ਹੈ ਤਾਂ ਇਹਦੇ ਨਾਲ ਜਿਹੜਾ ਆ ਕੁਝ ਨਾ ਕੁਝ ਸਮਾਜ ਦੇ ਉੱਤੇ ਜ਼ਰੂਰ ਜਿਹੜਾ ਹੈ ਪ੍ਰਭਾਵ ਪਏਗਾ। ਅੱਜ ਮੇਰੇ ਨਾਲ ਮੈਂ ਬੇਨਤੀ ਕਰਾਂਗਾ ਕਿ ਇਸ ਇਸ਼ੂ ਦੇ ਨੂੰ ਹੋਰ ਜਿਹੜਾ ਆ ਸਪਸ਼ਟ ਕਰਨ ਜਸਪਾਲ ਸਿੰਘ ਸਿੱਧੂ ਜੀ। ਤੁਸੀਂ ਕਾਫੀ ਇਹਦੇ ਤੇ ਖੁਸ਼ਹਾਲ ਸਿੰਘ ਹੋਰਾਂ ਨੇ ਕਾਫੀ ਸਾਰਾ ਉਹਦਾ ਬੈਕਗਰਾਊਂਡ ਦੱਸੀ ਹੈ। ਸਿੰਘ ਸਭਾ ਦਾ ਜਿਹੜਾ ਟੋਟਲ ਸਟੈਂਡ ਹੈ ਪੁਰਾਣਾ, ਤੇ ਖਾਸ ਕਰਕੇ ਅਸੀਂ 3 ਸਾਲ ਪਹਿਲਾਂ ਇਹ ਪੂਰਾ ਸੋਚ ਸਮਝ ਕੇ ਇਹ ਉੱਦਮ ਕੀਤਾ ਸੀ। ਉਹਨਾਂ ਦਿਨਾਂ 'ਚ ਜਦੋਂ ਗੁਰਦੁਆਰਾ ਸਾਹਿਬਾਨਾਂ ਵਿੱਚੋਂ 20 ਦੇ ਵਿੱਚ ਖਾਸ ਕਰਕੇ ਕਰੋਨਾ ਜਦੋਂ ਸ਼ੁਰੂ ਹੋਇਆ ਤਾਂ ਉੱਥੇ ਜਿਹੜਾ ਝੋਨੇ ਦੇ ਲਾਉਣ ਦੀਆਂ ਜਿਹੜੀ ਕਿੰਨੇ ਪੈਸੇ ਦਿੱਤੇ ਜਾਣ, ਕੀ ਦਿਹਾੜੀ ਹੋਊ, ਕੀ ਮਜ਼ਦੂਰੀ ਹੋਊ, ਉਹਦੇ ਜਿਹੜੇ ਫੈਸਲੇ ਗੁਰਦੁਆਰੇ 'ਚੋਂ ਅਨਾਊਂਸ ਹੋਣ ਲੱਗ ਗਏ ਜਾਂ ਗੁਰਦੁਆਰੇ 'ਚ ਹੋਣ ਲੱਗ ਗਏ ਜਾਂ ਪੰਚਾਇਤਾਂ ਉੱਥੋਂ ਕਰਨ ਲੱਗ ਗਈਆਂ ਤਾਂ ਫਿਰ ਸਿੱਖ ਦਲਿਤ ਜਥੇਬੰਦੀਆਂ ਦੇ ਵਿੱਚ ਕਾਫੀ ਵਿਰੋਧ ਹੋਇਆ, ਦਲਿਤਾਂ ਵਿੱਚ ਵਿਰੋਧ ਹੋਇਆ। ਉਹਦੇ ਵਿੱਚ ਸਾਡਾ ਸਿੰਘ ਸਭਾ ਦਾ ਸਟੈਂਡ ਇਹੀ ਸੀ, ਤੁਸੀਂ ਗੁਰਦੁਆਰਾ ਸਟੇਜ ਨੂੰ, ਤੁਸੀਂ ਪਵਿੱਤਰ ਗੁਰਦੁਆਰਾ ਦੀ ਸਟੇਜ ਨੂੰ ਇਹਦੇ ਲਈ ਨਹੀਂ ਵਰਤ ਸਕਦੇ ਵੀ ਜਿੱਥੇ ਤੁਸੀਂ ਰੋਜ਼ਮਰਾ ਦੀਆਂ ਗੱਲਾਂ, ਦਿਹਾੜੀ ਦੇ ਮਸਲੇ, ਮਜ਼ਦੂਰੀ ਦੇ ਮਸਲੇ ਜਾਂ ਇਸ ਕਿਸਮ ਦੇ ਜਿਹੜੇ ਆਰਥਿਕ ਮਸਲੇ ਆ ਤੇ ਉਹਨਾਂ ਨੂੰ ਉੱਥੇ ਲੈ ਕੇ ਜਾਓ। ਇਹ ਉਹਦੇ ਲਈ ਵੱਖਰੀਆਂ ਥਾਵਾਂ ਹੈ ਤੇ ਵੱਖਰੇ ਸਾਰੇ ਪਲੇਸ ਹੈ। ਆਮ ਦੁਨੀਆਦਾਰੀ ਦੇ ਇਹ ਮਸਲੇ ਆ ਜਿਹੜੇ ਰੋਜ਼ ਖੜੇ ਰਹਿੰਦੇ ਆ ਤੇ ਅਸੀਂ ਇਸ ਮਸਲੇ ਤੋਂ ਸ਼ੁਰੂ ਕਰਦੇ ਅਸੀਂ ਫਿਰ ਵੱਡੇ ਲੈਵਲ 'ਤੇ ਅਕਤੂਬਰ 20 ਅਕਤੂਬਰ 12 ਅਕਤੂਬਰ ਨੂੰ ਅਸੀਂ ਉਦੋਂ ਸ਼ੁਰੂ ਕੀਤਾ ਸੀਗਾ ਪ੍ਰੋਗਰਾਮ। 12 ਅਕਤੂਬਰ ਨੂੰ ਇਹ ਅਸੀਂ ਜਿਹੜਾ ਸ਼ਤਾਬਦੀ ਮਨਾਈ ਗਈ ਸੀ ਜਦੋਂ ਕਿ ਦਲਿਤਾਂ ਨੂੰ ਬੇਰੋਕ ਟੋਕ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਸੁਭਾਗ ਪ੍ਰਾਪਤ ਹੋਇਆ ਸੀਗਾ। ਤੇ ਉਸ ਮੌਕੇ ਤੇ ਜਿਹੜੇ ਸਿੱਖ ਸੀ, ਕੁਛ ਬੁੱਧੀਜੀਵੀ ਸੀ, ਖਾਸ ਕਰਕੇ ਖਾਲਸਾ ਕਾਲਜ ਦੇ ਜਿਹੜੇ ਪ੍ਰੋਫੈਸਰ ਸੀ, ਉਹ ਇਕੱਠੇ ਹੋ ਕੇ ਉਹਨਾਂ ਨੇ ਦਲਿਤਾਂ ਦੀ ਮਦਦ ਦੇ ਵਿੱਚ ਅੱਗੇ ਲੱਗ ਕੇ ਤੇ ਦਰਬਾਰ ਸਾਹਿਬ ਵਿੱਚ ਜਲਿਆਂਵਾਲੇ ਬਾਗ ਤੋਂ ਅਕਾਲ ਤਖਤ ਤੱਕ ਮਾਰਚ ਕੀਤਾ ਸੀ। ਉਸ ਮਾਰਚ ਤੋਂ ਫਿਰ ਉਸ ਵੇਲੇ ਦੇ ਪੁਜਾਰੀ ਤੇ ਹੋਰ ਸਾਰੇ ਡਰ ਕੇ ਦੌੜ ਗਏ ਸੀ। ਉਹ ਜਿਹੜੇ ਦੌੜਨ 'ਚੋਂ ਖਾਲੀ ਅਕਾਲ ਤਖਤ ਦੀ ਸਟੇਜ ਛੱਡ ਗਏ ਸੀ। ਉਸ ਤੋਂ ਬਾਅਦ ਹੀ ਸਾਰੀਆਂ ਵੱਡੀ ਮੀਟਿੰਗ ਹੋਈ, ਕਰਤਾਰ ਸਿੰਘ ਝੱਬਰ ਤੇ ਇਹਨਾਂ ਸਾਰਿਆਂ ਨੇ, ਇਹਨਾਂ ਦੀ ਮੀਟਿੰਗ ਤੋਂ ਬਾਅਦ ਹੀ ਫਿਰ ਉਸ ਵੇਲੇ SGPC ਬਣੀ, ਉਸੇ ਵਿੱਚੋਂ SGPC ਨਿਕਲੀ, ਉਸੇ 'ਚੋਂ ਅਕਾਲੀ ਦਲ ਨਿਕਲਿਆ। ਪਰ ਇਹ ਸਾਰੀ ਸ਼ਤਾਬਦੀ ਨੂੰ ਮਨਾਉਣ ਲਈ ਅਸੀਂ ਕਾਫੀ ਸਿੰਘ ਸਭਾ ਵੱਲੋਂ ਉੱਦਮ ਕੀਤਾ, ਮੀਟਿੰਗਾਂ ਕੀਤੀਆਂ, ਕਈ ਜਥੇਬੰਦੀਆਂ ਨੂੰ ਮਿਲੇ ਸਾਰੇ ਪੰਜਾਬ ਦੇ ਵਿੱਚ, ਕਈ 3-4 ਮੀਟਿੰਗਾਂ ਅਸੀਂ ਵੱਡੀਆਂ ਲੈਵਲ 'ਤੇ ਕੀਤੀਆਂ। ਪਰ ਸਾਨੂੰ ਬੜੀ ਇਸ ਗੱਲ ਦੀ ਬੜਾ ਦੁੱਖ ਨਾਲ ਅਸੀਂ ਅੱਜ ਵੀ ਕਹਿਣਾ ਪੈਂਦਾ ਵੀ ਉੱਥੇ ਜਦੋਂ ਅਸੀਂ ਮਾਰਚ ਜਿਹੜਾ ਮਿੱਥਿਆ ਹੋਇਆ ਮਾਰਚ ਸੀ 12 ਅਕਤੂਬਰ 1920 ਨੂੰ ਦਰਬਾਰ ਜਲਿਆਂਵਾਲੇ ਬਾਗ ਤੋਂ ਉਸੇ ਤਰੀਕੇ ਨਾਲ ਜਾਣਾ ਸੀ ਅਕਾਲ ਤਖਤ ਤੱਕ, ਉਹਦੇ ਵਿੱਚ ਜਿਹੜੇ ਗੈਰ ਦਲਿਤ ਸਿੱਖ ਸੀ ਉਹਨਾਂ ਦੀ ਸ਼ਮੂਲੀਅਤ ਬਹੁਤ ਹੀ ਨਗੂਣੀ ਸੀ, ਪਹੁੰਚੇ ਨਹੀਂ। ਉਹ ਜਿਨ੍ਹਾਂ ਨੇ ਵਾਅਦੇ ਕੀਤੇ ਸੀ ਜਿਹੜੇ ਜਥੇਬੰਦੀਆਂ ਨਹੀਂ, ਉਹਨਾਂ ਸੀ ਕੋਈ ਨਹੀਂ। ਉਲਟਾ ਸਾਡਾ ਵਿਰੋਧ ਹੁੰਦਾ ਰਿਹਾ ਵੀ ਇਹ ਤੁਸੀਂ ਪੰਥ ਵਿੱਚ ਫੁੱਟ ਪਾ ਰਹੇ ਹੋ। ਕਈ ਜਿਹੜੀਆਂ ਖਾੜਕੂ ਜਥੇਬੰਦੀਆਂ ਦੇ ਸਮਰਥਕ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਪੰਥ ਵਿੱਚ, ਸਿੱਖ ਪੰਥ ਵਿੱਚ ਨਵਾਂ ਮਸਲਾ ਖੜਾ ਕਰ ਰਹੇ ਹੋ, ਫੁੱਟ ਪਾ ਰਹੇ ਹੋ। ਤੇ ਸਾਨੂੰ ਇੱਥੋਂ ਤੱਕ ਵੀ ਜਿਹੜੇ ਹੋਰ ਜਿਹੜੇ ਅਕੈਡਮਿਕ ਸਾਈਡ ਦੇ ਪੜ੍ਹੇ ਲਿਖੇ ਸਿੱਖ ਸੀਗੇ, ਬਹੁਤੇ ਵਿਦਵਾਨ ਸਿੱਖ, ਉਹਨਾਂ ਨੇ ਇਹ ਕਿਹਾ ਵੀ ਇਹ ਮਸਲਾ ਤਾਂ ਅਸੀਂ 100 ਸਾਲ ਪਹਿਲਾਂ ਹੀ ਸੈਟਲ ਕਰ ਚੁੱਕੇ ਹਾਂ, ਇਹਨੂੰ ਦੁਬਾਰਾ ਖੜਾ ਕਰਨ ਦੀ ਕੀ ਲੋੜ ਹੈ। ਪਰ ਅਸੀਂ ਮੌਕੇ 'ਤੇ, ਤੁਸੀਂ ਕਿਤੇ ਵੀ ਕਿਸੇ ਵੀ ਸਮਾਜ ਦੇ ਵਿੱਚ ਤੁਸੀਂ ਮੌਕੇ 'ਤੇ ਜਾ ਕੇ ਦੇਖ ਸਕਦੇ ਹੋ, ਉਹਨਾਂ ਦੀ ਨਬਜ਼ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਦਲਿਤ ਜਥੇਬੰਦੀਆਂ ਵਿੱਚ ਕਿੰਨਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਇਸ ਗੱਲ ਦੇ ਉੱਤੇ। ਉਹ ਬੜੇ ਇਸ ਕਿਸਮ ਦਾ ਵਿਤਕਰੇ ਮਹਿਸੂਸ ਕਰਦੇ ਆ ਤੇ ਕਿਹਾ ਜਾਂਦਾ ਹੈ ਵੀ ਉਸੇ ਨੂੰ ਪਤਾ ਹੁੰਦਾ ਜਿਹਨੇ ਜੁੱਤੀ ਪਹਿਨੀ ਆ ਵੀ ਜੁੱਤੀ ਲੱਗਦੀ ਕਿੱਥੇ ਆ, ਤੁਹਾਡਾ ਜੋੜਾ ਕਿੱਥੇ ਲੱਗਦਾ, ਦੂਸਰੇ ਨੂੰ ਨਹੀਂ ਪਤਾ ਹੁੰਦਾ। ਇਸ ਕਰਕੇ ਉਹਨਾਂ ਦਾ ਜਿਹੜਾ ਸਾਰਾ ਪ੍ਰੋਟੈਸਟ ਹੈ ਜਾਂ ਰੋਸ ਹੈ, ਉਸ ਨੂੰ ਸਾਡੇ ਵਿਦਵਾਨ ਵੀ ਤੇ ਸਾਡੇ ਲੀਡਰ ਵੀ ਇਸ ਇਗਨੋਰ ਕਰਦੇ ਰਹੇ। ਹੁਣ ਤਾਂ ਇਗਨੋਰ ਨਹੀਂ ਕੀਤਾ, ਪਹਿਲਾਂ ਤੋਂ ਇਗਨੋਰ ਕਰਦੇ ਰਹੇ, ਉਹਦੀ ਪਰਵਾਹ ਨਹੀਂ ਕਰਦੇ ਰਹੇ। ਇਸੇ ਕਰਕੇ ਜਿਹੜਾ ਸਿੱਖੀ ਦੇ ਵਿਰੁੱਧ ਜਿਹੜੀ ਸਾਰੀ ਗੱਲਬਾਤ ਹੋਣ ਦੇ ਵੀ ਅਸੀਂ ਜਾਤ ਪਾਤ 'ਚ ਵਿਸ਼ਵਾਸ ਨਹੀਂ ਰੱਖਦੇ ਤੇ ਜਾਤ ਪਾਤ ਨੂੰ ਅਸੀਂ ਉਸੇ ਤਰੀਕੇ ਨਾਲ ਬ੍ਰਾਹਮਣਵਾਦੀ ਤਰੀਕੇ ਨਾਲ ਕਈ ਥਾਵਾਂ 'ਤੇ ਅਸੀਂ ਉਸ ਦੇ ਉੱਤੇ ਅਮਲ ਕਰਨ ਲੱਗ ਗਏ। ਇਸੇ ਕਰਕੇ ਹੀ ਤੇ ਪਹਿਲਾਂ
1920 ਦੇ ਲਾਗੇ ਚਾਗੇ ਜਾ ਕੇ ਫਿਰ ਇਹ ਪ੍ਰੋਟੈਸਟ ਹੋਏ ਕਈ ਕਿਸਮ ਦੇ, ਤੇ SGPC ਵਿੱਚ ਲੋੜੀਂਦੀ ਜਿਹੜੀ ਚਾਹੀਦੀ ਆ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦੇਣ ਲਈ ਉਹਨਾਂ ਨੂੰ ਕਈ ਵਾਰੀ ਲੜਨਾ ਪਿਆ। ਫਿਰ ਉਹਨਾਂ ਦੀ ਨੋਮੀਨੇਸ਼ਨ ਕੀਤੀ ਗਈ, ਬਾਬਾ ਵਿਸਾਖਾ ਸਿੰਘ ਤੇ ਹੋਰ ਸਾਰਿਆਂ ਨੇ ਰਲ ਕੇ ਨੋਮੀਨੇਸ਼ਨ ਕੀਤੀ। ਇੱਥੋਂ ਤੱਕ ਹੋਇਆ ਬਈ ਕਈ ਬਹੁਤ ਵੱਡੇ ਮਾੜੇ ਇਨਸੀਡੈਂਟ ਹੋਏ ਆ, ਤਾਂ ਫਿਰ ਇਸ ਵਿੱਚੋਂ ਨਿਕਲ ਕੇ ਜਿਨ੍ਹਾਂ ਨੇ ਮਤਲਬ ਕਿ ਵੀ ਇਹਨਾਂ ਨੇ ਆਦ ਧਰਮੀ ਵੀ ਨਿਕਲਿਆ, ਇੱਕ ਗਰੁੱਪ ਵੀ ਨਿਕਲਿਆ ਆਦ ਧਰਮੀਆਂ ਦਾ ਬਣਿਆ, ਉਹ ਵੀ ਇਸੇ ਪ੍ਰੋਟੈਸਟ 'ਚੋਂ ਨਿਕਲਿਆ। ਇਹ ਸਾਰਾ ਕੁਝ ਅਜੇ ਤੱਕ ਚੱਲਦਾ ਆ ਰਿਹਾ। ਪਾਰਟੀਆਂ ਖਾਸ ਕਰਕੇ ਅਕਾਲੀ ਦਲ ਵੀ ਜਿਵੇਂ ਕਹਿੰਦਾ ਰਿਹਾ ਵੀ ਅਸੀਂ ਡਿਪਟੀ ਚੀਫ ਮਿਨਿਸਟਰ ਬਣਾਵਾਂਗੇ ਦਲਿਤ ਨੂੰ, ਇਹ ਉਹਨਾਂ ਦਾ ਐਲਾਨ ਸੀ, ਤੇ ਇੱਧਰ ਕਾਂਗਰਸ ਨੇ ਚੀਫ ਮਿਨਿਸਟਰ ਹੀ ਬਣਾਤਾ, ਤੇ ਅੱਗੇ ਲਈ ਵੀ ਚੀਫ ਮਿਨਿਸਟਰ ਦਾ ਕੈਂਡੀਡੇਟ ਇੱਕ ਦਲਿਤ ਨੂੰ ਬਣਾਤਾ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ, ਜਿਹੜਾ ਹਜੇ ਤੱਕ ਕਿਸੇ ਪਾਰਟੀ ਨੇ ਕੀਤਾ। ਸਾਡਾ ਇਹ ਮੰਨਣਾ ਹੈਗਾ, ਬਿਲਕੁਲ ਸਾਨੂੰ ਵਿਸ਼ਵਾਸ ਹੈ ਵੀ ਇਸ ਦੇ ਨਾਲ ਜਿਹੜੀ ਸਮਾਜਿਕ ਬਰਾਬਰੀ ਤੇ ਸਿਆਸੀ ਲੈਵਲ ਦੀ ਜਿਹੜੀ ਚੇਤਨਤਾ ਦਲਿਤਾਂ 'ਚ ਵਧੇਗੀ, ਤੇ ਨਾਲੇ ਦੂਜਿਆਂ ਸੈਕਸ਼ਨਾਂ 'ਚ ਵੀ ਵਧੇਗੀ ਸਾਰੇ 'ਚ, ਜਿਹੜੇ ਕਿ ਹਜੇ ਤੱਕ ਇਹ ਸਿੱਖ ਹੁੰਦੇ ਹੋਏ ਵੀ ਇਸ ਗੱਲ ਦਾ ਵਿਰੋਧ ਕਰਦੇ ਸੀਗੇ ਜਾਂ ਇਸ ਵਿਤਕਰੇ ਵਿੱਚ ਅੰਦਰੋਂ ਅੰਦਰ ਹੀ ਸ਼ਾਮਲ ਹੁੰਦੇ ਸੀਗੇ। ਉਹੋ ਜਿਹੇ ਬੰਦਿਆਂ ਨੂੰ ਵੀ ਇਹ ਚੇਤਨਤਾ ਆਏਗੀ ਵੀ ਇਹਨਾਂ ਦਾ ਹੱਕ ਬਣਦਾ ਹੱਕ ਸਿੱਖੀ ਸਿਧਾਂਤ ਤੇ ਗੁਰੂ ਆਸ਼ੇ ਮੁਤਾਬਕ ਦੇਣਾ ਪਵੇਗਾ। ਇਸ ਦੇ ਨਾਲ ਨਾਲ ਇੱਕ ਹੋਰ ਵੀ ਸਾਰੀ ਗੱਲ ਹੋਏਗੀ ਵੀ ਗਵਰਨੈਂਸ ਦੇ ਵਿੱਚ, ਰਾਜ ਪ੍ਰਬੰਧ ਵਿੱਚ ਇਹਦੇ ਵਿੱਚ ਹਿੱਸੇਦਾਰੀ ਹੈ ਜਿਹੜੀ ਇਹ ਦਲਿਤਾਂ ਦੀ ਵਧੇਗੀ, ਤੇ ਇਹ ਬੇਸ਼ੱਕ ਇੱਕੋ ਦਮ ਨਹੀਂ ਹੁੰਦਾ, ਪਰ ਇਹਦੇ ਬਹੁਤ ਲੰਬੇ ਸਮੇਂ ਤੱਕ ਇਹ ਸਾਰੇ ਗੱਲ ਦੇ ਅਸਰ ਬਹੁਤ ਹੁੰਦੇ ਆ, ਤੇ ਇਸ ਕਰਕੇ ਅਸੀਂ ਇਸ ਨੂੰ ਹਾਂ ਪੱਖੀ ਤੇ ਬੜਾ ਵੱਡਾ ਸਟੈਪ ਦੇ ਲੈਵਲ 'ਤੇ ਸਮਝਦੇ ਹਾਂ, ਤੇ ਜਿਹਦੀ ਅਸੀਂ ਪੁਰਜੋਗ ਸ਼ਲਾਘਾ ਵੀ ਕਰਦੇ ਹਾਂ ਤੇ ਇਹਦੀ ਸਪੋਰਟ ਵੀ ਕਰਦੇ ਹਾਂ। ਤੇ ਹੁਣ ਖੁਸ਼ਹਾਲ ਸਿੰਘ ਜੀ ਕਹਿਣਗੇ। ਹਾਂਜੀ, ਜਿਸ ਤਰ੍ਹਾਂ ਜਸਪਾਲ ਸਿੰਘ ਜੀ ਨੇ ਦੱਸਿਆ ਹੈਗਾ ਆ ਕਿ ਸਾਡੇ ਵੱਲੋਂ ਇਹ ਸ਼ੁਰੂ ਤੋਂ ਸਾਡੇ ਵੱਲੋਂ ਕਿ ਸਾਰੀਆਂ ਹੀ ਜਿਹੜੀਆਂ ਇਨਕਲਾਬੀ ਸਿੱਖਾਂ ਦੇ ਵਿੱਚ ਫੋਰਸਾਂ ਨੇ, ਜਥੇਬੰਦੀਆਂ ਨੇ, ਉਹਨਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਇਸੇ ਕਦਮਾਂ 'ਚ ਹੋਈ ਸੀਗੀ, ਇਸੇ ਵੱਲ ਨੂੰ ਵਧੇ ਸੀਗੇ। ਅਸੀਂ ਦੇਖਦੇ ਹਾਂ ਜਿੰਨੇ ਦੀ ਗੱਲ ਜਸਪਾਲ ਸਿੰਘ ਨੇ ਕੀਤੀ ਹੈ, ਕਰਤਾਰ ਸਿੰਘ ਝੱਬਰ ਪਹਿਲੇ ਜਥੇ ਵਿੱਚ ਸ਼ਾਮਲ ਹੋਏ ਸੀ, ਜਿਹੜਾ ਜਥਾ ਉੱਥੇ ਦਲਿਤਾਂ ਦੀ ਜਿਹੜੀ ਹੈ ਬੇਟੋਕ ਖੁੱਲ੍ਹੇ ਦਰਸ਼ਨਦਾਰੇ ਦੇ ਜਿਹੜੇ ਉਹ ਸਾਰਾ ਕਾਰਜ ਸੀਗਾ ਉਹਨਾਂ ਦੇ ਵਿੱਚ ਸ਼ਾਮਲ ਹੋਇਆ ਸੀਗਾ। ਸੋ ਅਕਾਲੀ ਦਲ ਦੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਵਿਤਕਰਾ ਬਹੁਤ ਘੱਟ ਸੀਗਾ, ਨਾ ਮਾਤਰ ਸੀਗਾ। ਲੇਕਿਨ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ, ਜਦੋਂ ਸਿੱਖ ਸਿੱਖੀ ਤੋਂ ਦੂਰ ਜਾਂਦਾ ਹੈ, ਸਿੱਖੀ ਦੇ ਸਿਧਾਂਤਾਂ ਤੋਂ ਦੂਰ ਜਾਂਦਾ ਆ, ਤਾਂ ਉਹ ਜਿਹੜਾ ਆ ਉਹਦੇ ਵਿਰੁੱਧ ਉਹ ਫਿਰ ਉਹਨਾਂ ਹੀ ਬਾਹਮਣਵਾਦ ਦੇ ਨੇੜੇ ਜਿਹੜਾ ਆ ਉਹ ਚਲੇ ਜਾਂਦਾ, ਉਹਦੇ ਸਰਕਲ ਦੇ ਵਿੱਚ ਫਸ ਜਾਂਦਾ ਆ। ਸੋ ਉਹਦੇ ਕਰਕੇ ਜਿਹੜਾ ਆ ਸਮਾਜ ਦੇ ਵਿੱਚ ਵਿਤਕਰੇਬਾਜ਼ੀ ਜਿਹੜੀ ਆ ਉਹ ਜਦੋਂ ਸਿੱਖ ਸਟਰਗਲ 'ਚ ਨਹੀਂ ਹੁੰਦਾ, ਕਿਸੇ ਸੰਘਰਸ਼ ਨਹੀਂ ਹੁੰਦਾ, ਤਾਂ ਉਦੋਂ ਇਹ ਵਧੇਰੇ ਰੂਪ ਵਿੱਚ ਦੇਖਿਆ ਜਾਂਦਾ ਹੈਗਾ। ਜਦੋਂ ਸਿੱਖ ਸੰਘਰਸ਼ ਹੁੰਦਾ ਆ ਉਦੋਂ ਇਹ ਵਿਤਕਰੇਬਾਜ਼ੀ ਕਿਸੇ ਨਾ ਕਿਸੇ ਰੂਪ ਵਿੱਚ ਇਹ ਘਟ ਜਾਂਦੀ ਆ। ਅਸੀਂ ਪਿਛਲੇ ਦੌਰ ਦੇ ਵਿੱਚ ਦੇਖਿਆ ਕਿਸਾਨ ਸੰਘਰਸ਼ ਦੇ ਦੌਰਾਨ ਵੀ ਜਦੋਂ ਅਸੀਂ ਉੱਥੇ ਲੰਗਰਾਂ 'ਚ ਜਾਂਦੇ ਸੀ ਜਾਂ ਉੱਥੇ ਜਿਹੜੀ ਸਾਰੀਆਂ ਸਰਗਰਮੀਆਂ ਦੇਖਦੇ ਸੀ, ਤਾਂ ਉੱਥੇ ਕੋਈ ਸਾਨੂੰ ਇਸ ਤਰ੍ਹਾਂ ਦਾ ਕੋਈ ਲੱਗਦਾ ਨਹੀਂ ਸੀ ਕਿ ਵਿਤਕਰਾ ਹੋ ਰਿਹਾ ਆ। ਲੇਕਿਨ ਜਦੋਂ ਤੁਸੀਂ ਜਿਹੜੇ ਵੱਡੇ ਪੱਧਰ ਦੀਆਂ ਮੀਟਿੰਗਾਂ 'ਚ ਸ਼ਾਮਿਲ ਹੁੰਦੇ ਹੋ ਜਾਂ ਵੱਡੇ ਕੋਈ ਕਾਰਜਾਂ ਦੇ ਵਿੱਚ ਕੋਈ ਨਿਯੁਕਤੀਆਂ ਦੇ ਸਵਾਲ ਆਉਂਦੇ ਆ, ਉੱਥੇ ਥੋੜ੍ਹਾ ਪ੍ਰੈਕਟਿਸ ਹੁੰਦੀ ਹੈਗੀ ਆ। ਉੱਥੇ ਜਦੋਂ ਗੱਲ ਹੁੰਦੀ ਸੀਗੀ ਖਾਸ ਕਰਕੇ ਮਜ਼ਦੂਰਾਂ ਦੇ ਬਾਰੇ, ਮਜ਼ਦੂਰਾਂ ਨੂੰ ਲੈ ਕੇ, ਮਜ਼ਦੂਰਾਂ ਦੇ ਹੱਕਾਂ ਦੇ, ਕਿਉਂਕਿ ਜਦੋਂ ਅਸੀਂ ਕਿਸਾਨ ਮਜ਼ਦੂਰ ਜਿੰਦਾਬਾਦ ਕਹਿੰਦੇ ਸੀ ਜਾਂ ਉਹਨਾਂ ਦਾ ਸੰਘਰਸ਼ ਜਿੰਦਾਬਾਦ ਕਹਿੰਦੇ ਸੀਗੇ, ਤਾਂ ਉਸ ਸਮੇਂ ਜਦੋਂ ਲੀਡਰਸ਼ਿਪ ਦੇ ਵਿੱਚ ਅਸੀਂ ਦੇਖਦੇ ਰੂਪ ਵਿੱਚ ਦੇਖਦੇ ਸੀ, ਸਟੇਜ 'ਤੇ ਉਹਨਾਂ ਦੀ ਪ੍ਰਤੀਨਿਧਤਾ ਦੇਖਦੇ ਸੀ, ਤਾਂ ਸਾਨੂੰ ਲੱਗਦਾ ਕਿ ਦਲਿਤਾਂ ਦੀ ਪ੍ਰਤੀਨਿਧਤਾ ਉਸ ਪੱਧਰ ਦੀ ਨਹੀਂ ਸੀ ਜਿਹੜੀ ਸੰਘਰਸ਼ 'ਚ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਸਾਡੇ ਗੁਰਦੁਆਰਿਆਂ ਦੀਆਂ ਮੈਨੇਜਮੈਂਟਾਂ ਨੇ, ਸਾਡੀਆਂ ਹੋਰ ਸਾਰੀਆਂ ਬਾਡੀਆਂ ਨੇ, ਜਿੱਥੇ ਅਸੀਂ ਜਿਹੜਾ ਆ ਪ੍ਰੈਕਟਿਸ ਦੇ ਵਿੱਚ ਜਦੋਂ ਐਡਾ ਵੱਡਾ ਜਿਹੜਾ ਹਿੱਸਾ ਆ ਸਾਡੇ ਸਮਾਜ ਦਾ, ਉਹਨੂੰ ਬਣਦਾ ਸਤਿਕਾਰ ਨਹੀਂ ਦਿੰਦੇ, ਬਣਦੀ ਯੋਗ ਥਾਂ ਨਹੀਂ ਦਿੰਦੇ, ਤਾਂ ਉਹਦਾ ਜਿਹੜਾ ਆ ਦੂਸਰਾ ਰੂਪ ਜਿਹੜਾ ਜਦੋਂ ਆਉਂਦਾ ਆ ਉਹ ਡੇਰਿਆਂ ਦੇ ਰੂਪ ਵਿੱਚ ਜਾਂਦੇ ਆ। ਸਤਿਕਾਰ ਮਨੁੱਖ ਨੇ ਲੈਣਾ ਆ, ਮਨੁੱਖ ਸਤਿਕਾਰ ਦੀ ਭਾਲ 'ਚ ਰਹਿੰਦਾ ਹੈ, ਉਹਨੂੰ ਸਤਿਕਾਰ ਮਿਲੇ ਨਾ ਮਿਲੇ ਵੱਖਰਾ ਸਵਾਲ ਹੈ, ਲੇਕਿਨ ਉਹ ਫਿਰ ਸਿੱਖਾਂ ਦੇ ਜਿਹੜਾ ਵੱਡਾ ਮੁਖਤਾਰ ਆ ਉਹਦੇ ਨਾਲ ਉਹ ਅਲੱਗ ਹੋ ਜਾਂਦਾ ਆ। ਤਾਂ ਉਹਦਾ ਪੰਥ ਜਿਹੜਾ ਆ, ਪੰਥ ਦੇ ਵਿੱਚ ਵੰਡੀਆਂ ਉਦੋਂ ਪੈਂਦੀਆਂ ਜਦੋਂ ਅਸੀਂ ਇੱਕ ਜਿਹੜਾ ਸਿੱਖ ਸਿਧਾਂਤ ਨੂੰ ਨਜ਼ਰਅੰਦਾਜ਼ ਕਰਕੇ ਅਸੀਂ ਕਿਸੇ ਵਿਤਕਰੇਬਾਜ਼ੀ ਦੇ ਵੱਲ ਵੱਧਦੇ ਹਾਂ। ਤਾਂ ਉਹ ਉਦੋਂ ਹੀ ਆ ਜੇ ਅਸੀਂ ਉਹਨਾਂ ਨੂੰ ਬਣਦੀ ਨੁਮਾਇੰਦਗੀ ਦਈਏ ਮੈਰਿਟ ਦੇ ਆਧਾਰ 'ਤੇ।
ਅਸੀਂ ਜਿਹੜਾ ਆ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣੀਏ, ਉਹ ਦਲਿਤ ਹੋਵੇ ਗੈਰ ਦਲਿਤ ਹੋਵੇ, ਕੋਈ ਇਸ਼ੂ ਨਹੀਂ। ਸਿੱਖੀ ਵਿੱਚ ਜਿਹੜਾ ਆ ਜਾਤ ਪਾਤ ਨਹੀਂ ਹੈਗੀ, ਪਰ ਸਿੱਖ ਸਮਾਜ ਵਿੱਚ ਹੈਗੀ ਹੈ। ਇਹ ਸਾਡੇ ਸਾਹਮਣੇ ਜ਼ਮੀਨੀ ਹਕੀਕਤ ਹੈ। ਇਹਨੂੰ ਦੂਰ ਕਰਨ ਵਾਸਤੇ ਸਾਨੂੰ ਜਿਹੜੇ ਉਪਰਾਲੇ ਕਰਨੇ ਚਾਹੀਦੇ ਸੀ ਪਿਛਲੇ ਦੌਰ 'ਚ, ਅਸੀਂ ਨਹੀਂ ਕਰ ਸਕੇ ਜਾਂ ਅਸੀਂ ਸਫਲ ਨਹੀਂ ਹੋ ਪਾਏ। ਤੇ ਉਹਦੀ ਸਫਲਤਾ ਵਾਸਤੇ ਸਾਨੂੰ ਜਿਹੜਾ ਆ ਉਹ ਆਪਣੇ ਸਾਰੇ ਜਿਹੜੇ ਸਮਾਜਿਕ ਜਥੇਬੰਦੀਆਂ ਨੇ ਜਾਂ ਕਾਰਜ ਨੇ, ਉਹਨਾਂ ਦੇ ਵਿੱਚ ਸਾਨੂੰ ਵੀ ਆਪਣਾ ਜਿਹੜਾ ਹੈ ਇੱਕ ਸਵੈ ਪੜਚੋਲ ਕਰਨੀ ਪਏਗੀ। ਪਿੰਡਾਂ ਦੇ ਵਿੱਚ ਵੀ ਜੇ ਉਹਨਾਂ ਦਾ ਕਾਨੂੰਨੀ ਹੱਕ ਹੈ ਜਿਹੜਾ ਪੰਚਾਇਤੀ ਜ਼ਮੀਨਾਂ ਦੇ ਵਿੱਚ 33% ਦਾ, ਤਾਂ ਉਹ ਸਾਨੂੰ ਦਿੱਕਤ ਨਹੀਂ ਹੋਣੀ ਚਾਹੀਦੀ। ਜਦੋਂ ਅਸੀਂ ਗੱਲ ਕਰਦੇ ਹਾਂ ਜ਼ਿਮੀਂਦਾਰਾਂ ਨਾਲ ਜਾਂ ਸਾਡੇ ਭਰਾਵਾਂ ਨਾਲ, ਤਾਂ ਉਹਨਾਂ ਨੂੰ ਲੱਗਦਾ ਕਿ ਜਿਹੜੇ ਸਾਡੇ ਉਹਨਾਂ ਦੇ ਹੱਕਾਂ 'ਤੇ ਕੋਈ ਡਾਕਾ ਮਾਰ ਰਿਹਾ ਜਾਂ ਉਹਨਾਂ ਦੀ ਅਸੀਂ ਕੋਈ ਵਧੀਕੀ ਕਰ ਰਹੇ ਹਾਂ। ਕਾਨੂੰਨ ਨੇ ਉਹਨਾਂ ਨੂੰ ਹੱਕ ਦਿੱਤੇ ਆ, ਅਤੇ ਉਹ ਅਸੀਂ ਹੱਕ ਪ੍ਰੈਕਟਿਸ ਵਿੱਚ ਜਦੋਂ ਕਰਦੇ ਹਾਂ ਤਾਂ ਆਪਣੇ ਨੌਕਰਾਂ ਰਾਹੀਂ, ਸੀਰੀਆਂ ਪਾਲੀਆਂ ਰਾਹੀਂ ਅਸੀਂ 2 ਨੰਬਰ 'ਚ ਉਹ ਜ਼ਮੀਨ ਵੀ ਹੜੱਪਣ ਦਾ ਜਿਹੜਾ ਉਹ ਯਤਨ ਕਰਦੇ ਹਾਂ, ਜਿਹੜੇ ਸਾਡੇ ਪ੍ਰੈਕਟਿਸ ਦੱਸਦੀ ਹੈ। ਸੋ ਇਹ ਸਾਰੇ ਕਾਰਜ ਵਿੱਚ ਨਿਕਲਣ ਵਾਸਤੇ ਉਹ ਹਰੇਕ ਵਰਗ ਨੂੰ ਇੱਕ ਪੋਲੀਟੀਕਲ ਜਿਹੜਾ ਆ ਸਪੇਸ ਚਾਹੀਦੀ ਆ। ਤਾਂ ਉਹ ਸਪੇਸ ਦੇਣ ਦਾ ਕੰਮ ਕੋਈ ਵੀ ਜਥੇਬੰਦੀ ਕਿਸੇ ਵੀ ਮਜਬੂਰੀ 'ਚ ਕਰਦੀ ਹੈ। ਤਾਂ ਖਾਸ ਕਰਕੇ 100 ਕਮਜ਼ੋਰੀਆਂ ਜਿਹੜੀਆਂ ਨੇ ਉਹ ਚਰਨਜੀਤ ਸਿੰਘ ਚੰਨੀ 'ਚ ਹੋ ਸਕਦੀਆਂ ਨੇ ਬੁਨਿਆਦੀ, ਪਰੰਤੂ ਜਿਸ ਸਮਾਜ ਜਦੋਂ ਦਾ ਉਹ CM ਬਣਿਆ ਜਾਂ ਮੁੱਖ ਮੰਤਰੀ ਬਣਿਆ ਆ, ਉਹ ਦਿਨ ਤੋਂ ਬਾਅਦ ਉਹਨਾਂ ਦੇ ਸਮਾਜ ਵਿੱਚ ਕਿਸ ਤਰ੍ਹਾਂ ਸੋਚਦਾ ਹੈ, ਕੀ ਮਨੋਵਿਗਿਆਨਿਕ ਪ੍ਰਭਾਵ ਜਿਹੜੇ ਪੈਂਦੇ ਹੈਗੇ ਆ, ਇਸ ਧਿਆਨ ਨੂੰ ਰੱਖ ਕੇ ਉਹਨਾਂ ਦਾ ਇੱਕ ਉਸ ਵਰਗ ਦੇ ਵਿੱਚ ਵੀ ਚੜ੍ਹਦੀ ਕਲਾ ਦਾ ਕੋਈ ਜਿਹੜਾ ਆ ਉਹ ਪ੍ਰਭਾਵ ਦੇਖਣ ਨੂੰ ਮਿਲ ਸਕੇ। ਸੋ ਇਹ ਕਦਮ ਹੈ ਜਿਹੜਾ ਕਾਂਗਰਸ ਨੇ ਚੱਕਿਆ, ਅਸੀਂ ਇਹਦਾ ਸਵਾਗਤ ਕਰਦੇ ਹਾਂ। ਅਸੀਂ ਕਹਿੰਦਾ ਵੀ ਹੋਰ ਪਾਰਟੀਆਂ ਨੂੰ ਵੀ ਬਣਦੀ ਸਪੇਸ, ਕਿਉਂਕਿ ਜਿਹੜੇ ਦਲਿਤ ਨੇ ਉਹ ਬਾਹਰੋਂ ਨਹੀਂ ਆਏ, ਇੱਥੋਂ ਤੁਹਾਡੇ ਹਿੱਸਾ ਨੇ, ਉਹਨਾਂ ਨੂੰ ਬਣਦਾ ਸਾਰੇ ਵਰਗਾਂ ਨੂੰ ਦੇਣਾ ਚਾਹੀਦਾ। ਹੋਰ ਵੀ ਵਰਗ ਜਿਹੜੇ ਹੈਗੇ ਆ ਉਹਨਾਂ ਨੂੰ ਮੈਰਿਟ ਦੇ ਆਧਾਰ 'ਤੇ ਦੇਣਾ ਚਾਹੀਦਾ। ਮੈਰਿਟ ਦੇ ਆਧਾਰ 'ਤੇ ਜਿਹੜਾ ਵੀ ਜਿਸ ਵਰਗ 'ਚ ਵੀ ਆਉਂਦਾ ਹੈਗਾ ਆ, ਅਸੀਂ ਉਹਦਾ ਕਰਦੇ ਹੈਗੇ ਆ। ਲੇਕਿਨ ਇੱਕ ਸਾਡਾ ਜਿਹੜਾ ਦੱਬਿਆ ਕੁਚਲਿਆ ਵਰਗ ਹੈ, ਪਛੜਿਆ ਹੋਇਆ, ਉਹਨੂੰ ਜਿਹੜਾ ਚੱਕਣ ਵਾਸਤੇ ਵਿਸ਼ੇਸ਼ ਉਪਰਾਲੇ ਸਾਨੂੰ ਕਰਨੇ ਪੈਣਗੇ। ਗੁਰੂ ਸਾਹਿਬ ਨੇ ਵੀ ਸਾਨੂੰ ਇਹ ਦਿੱਤਾ ਸੀਗਾ, ਮੈਸੇਜ ਦਿੱਤਾ ਸੀਗਾ, ਜਦੋਂ ਕੇਸਗੜ੍ਹ ਸਾਹਿਬ ਵਿੱਚ ਉਹਨਾਂ ਨੇ ਖਾਲਸਾ ਪੰਥ ਸਿਰਜਿਆ, ਤਾਂ ਉਹਨਾਂ ਦੀ ਜਿਹੜੇ ਪਹਾੜੀ ਰਾਜਿਆਂ ਨਾਲ ਜਿਹੜਾ ਉਹਨਾਂ ਦੇ ਅਸੀਂ ਕਹੀਏ ਮਤਭੇਦ ਸੀਗੇ, ਉਹ ਮਤਭੇਦ ਹੀ ਸੀਗੇ। ਉਹ ਹਰ ਪੋਲੀਟੀਕਲ ਕਾਰਜ ਵਾਸਤੇ ਉਹ ਸਹਾਇਕ ਬਣਨ ਲਈ ਤਿਆਰ ਸੀਗੇ, ਲੇਕਿਨ ਉਹ ਕਹਿੰਦੇ ਸੀ ਕਿ ਸਮਾਜਿਕ ਤੌਰ 'ਤੇ ਅਸੀਂ ਇਹਨਾਂ ਲੋਕਾਂ ਨੂੰ, ਪਛੜੇ ਹੋਏ ਲੋਕਾਂ ਨੂੰ, ਜਾਂ ਇਹ ਜਿਹੜੇ ਸ਼ੂਦਰ ਨੇ ਲੋਕ, ਇਹਨਾਂ ਨੂੰ ਅਸੀਂ ਆਪਣੇ ਨਾਲ ਬਿਠਾ ਕੇ ਨਾ ਖਾ ਸਕਦੇ ਹਾਂ, ਨਾ ਅਸੀਂ ਇਹਨਾਂ ਦੇ ਬਰਾਬਰੀ ਇਹਦੇ ਵਿੱਚ ਅਸੀਂ ਸ਼ਰੀਕ ਨਹੀਂ ਹੋ ਸਕਦੇ। ਤਾਂ ਲੰਗਰ ਦੀ ਪ੍ਰਥਾ ਵੀ ਉਹਦਾ ਵੀ ਉਹ ਇਸੀ ਦਾ ਹਿੱਸਾ ਸੀਗਾ, ਨਹੀਂ ਸੀ ਬਣ ਰਹੇ। ਸੋ ਗੁਰੂ ਸਾਹਿਬ ਨੇ ਇਸ ਨੂੰ ਡਿਨਾਈ ਕਰ ਦਿੱਤਾ ਸੀਗਾ। ਉਹਨਾਂ ਨੂੰ ਕਹਿੰਦੇ ਸੀ ਤੁਹਾਡੀ ਕਿਸੇ ਮਦਦ ਦੀ ਲੋੜ ਨਹੀਂ, ਮੇਰਾ ਪਹਿਲਾ ਮਕਸਦ ਹੈ ਜਿਹੜਾ ਉਹ ਪਿਛਲੀ ਵਰਨ ਵੰਡ ਹੈ, ਜਿਹੜਾ ਜਾਤ ਹੈ ਮਨੁੱਖ ਦਾ। ਇਸੇ ਕਰਕੇ ਜਦੋਂ ਖੰਡੇ ਦੀ ਪਹੁਲ ਛਕਾਈ ਜਾਂਦੀ ਆ, ਤਾਂ ਉਹਦਾ ਪਿਛਲਾ ਸਾਰਾ ਕੁਛ ਨਾਸ਼ ਕੀਤਾ ਜਾਂਦਾ ਆ, ਅਤੇ ਉਹ ਨਾਸ਼ ਜ਼ਮੀਨੀ ਹਕੀਕਤਾਂ 'ਚ ਵੀ ਹੋਵੇ। ਅਤੇ ਅਸੀਂ ਦੇਖਦੇ ਹਾਂ ਜਿਹੜੀਆਂ ਜਥੇਬੰਦੀਆਂ, ਜਿਹੜੇ ਲੋਕ ਖੰਡੇ ਦੀ ਪਹੁਲ ਧਾਰਨ ਕਰ ਲੈਂਦੇ ਨੇ, ਅਤੇ ਜਦੋਂ ਉਹ ਫਿਰ ਉਹਨਾਂ ਦੇ ਅੰਦਰੋਂ ਜਿਹੜੀ ਆ ਸਮਾਜਿਕ ਤੌਰ 'ਤੇ ਜਿਹੜਾ ਆ ਉਹ ਜਾਤ ਪਾਤ ਵਿਤਕਰਾ ਨਹੀਂ ਜਾਂਦਾ, ਅਤੇ ਉਹ ਉਸ ਤੋਂ ਵੀ ਘਾਤਕ ਹੋ ਜਾਂਦਾ ਹੈਗਾ ਆ। ਫਿਰ ਸਾਡਾ ਜਿਹੜਾ ਖੰਡੇ ਦੀ ਪਹੁਲ ਹੈ, ਉਹ ਜਿਹੜੀ ਆ ਉਹ ਜਨੇਊ ਵਾਲੇ ਪਾਸੇ ਨੂੰ ਵੱਧਦੀ ਆ। ਇਹ ਨਹੀਂ ਵਧਣੀ ਚਾਹੀਦੀ। ਇਹ ਜਿਹੜਾ ਆ ਇਹਨੂੰ ਮਤਲਬ ਸਾਡੇ ਅੰਦਰੋਂ ਜਿਹੜਾ ਹੈ ਗੁਰੂ ਸਾਹਿਬ ਜੀ ਦਾ ਗੁਰਬਾਣੀ ਦਾ ਸਿਧਾਂਤ ਹੈ, ਸਿੱਖ ਗੁਰਮਤਿ ਦਾ ਸਿਧਾਂਤ ਹੈ, ਉਹਦੀ ਪਹਿਰੇਦਾਰੀ ਕਰਨੀ ਚਾਹੀਦੀ ਹੈ। ਤਾਂ ਉਹਦੀ ਪਹਿਰੇਦਾਰੀ ਵੱਲ ਕੋਈ ਵੀ ਕਦਮ, ਕੋਈ ਬਸ ਕਿਸੇ ਵੀ ਤਰ੍ਹਾਂ ਵੱਧਦਾ ਹੈ, ਤਾਂ ਉਹਨੂੰ ਜਿਹੜਾ ਆ ਉਹਦਾ ਸਵਾਗਤ ਕਰਨਾ ਚਾਹੀਦਾ। ਹਾਂ, ਨਾਲੇ ਸਾਡੇ ਸਮਾਜ ਦੇ ਵਿੱਚ ਖਾਸ ਕਈ ਕਿਸਮ ਦੇ ਗਲਤ ਫਹਿਮੀਆਂ ਪਈਆਂ। ਜੇ ਫਰਜ਼ ਕੀਤਾ ਵੀ ਇਹ ਦਲਿਤਾਂ ਦੇ ਵਿੱਚੋਂ ਇੱਕ ਵਰਗ ਹੈ, ਉਹਨਾਂ ਤੋਂ ਛੋਟਾ ਜਿਹਾ ਵਰਗ ਹੈ, ਸਾਰੀਆਂ ਉਹਨਾਂ ਦੀਆਂ ਸਹੂਲਤਾਂ ਜਿਹੜੀਆਂ ਦਲਿਤ ਡਿਜ਼ਰਵ ਕਰਦੇ ਆ ਜਾਂ ਮਿਲਣੀਆਂ ਚਾਹੀਦੀਆਂ, ਉਹ ਹੜੱਪ ਲੈਂਦੇ ਆ। ਇਹ ਦਲਿਤਾਂ ਦੇ ਭਾਈਚਾਰੇ ਦਾ, ਉਹਨਾਂ ਦੇ ਸਮਾਜ ਦਾ ਆਪਣਾ ਮਸਲਾ ਹੈ, ਉਹਨਾਂ ਨੂੰ ਖੁਦ ਨਜਿੱਠਣਾ ਚਾਹੀਦਾ। ਇਸ ਦੀ ਆੜ ਥੱਲੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹਨਾਂ ਨੂੰ ਸਹੂਲਤਾਂ ਦੇਣ ਦਾ ਕੀ ਫਾਇਦਾ ਜੀ, ਆਹ ਵਿੱਚੋਂ ਬਹੁਤ ਅਮੀਰ ਬੰਦੇ ਉਹੀ ਹੜੱਪੀ ਤੁਰੇ ਜਾਂਦੇ, ਉਹੀ ਲਈ ਜਾਂਦੇ ਆ। ਇਸ ਕਰਕੇ ਉਹ ਹਿੱਸਾ ਮੁਸ਼ਕਲ ਨਾਲ 1-2% ਦਲਿਤਾਂ 'ਚ ਹੈ, ਅਤੇ ਬਾਕੀ ਦਲਿਤਾਂ ਦਾ ਤਾਂ ਬਹੁਤ ਬੁਰਾ ਹਾਲ ਹੈ। ਦਿਹਾੜੀਦਾਰ ਹੈ, ਡੇਲੀ ਮਜ਼ਦੂਰ ਹੈ, ਅਤੇ
ਤੇ ਉਹਨਾਂ ਕੋਲੇ ਕਿਸੇ ਕਿਸਮ ਦੀ ਕੋਈ ਪ੍ਰਾਪਰਟੀ ਹੈ ਨਹੀਂ, ਤੇ ਉਹਨਾਂ ਕੋਲੇ ਅੱਜ ਦੇ ਮਹਿੰਗੇ ਹਸਪੀਟਲਾਂ ਵਿੱਚੋਂ ਇਲਾਜ ਨਹੀਂ ਕਰਾ ਸਕਦੇ। ਉਹਨਾਂ ਕੋਲੇ ਬਿਮਾਰ ਹੋਏ ਦਲਿਤ ਕੋਲੇ ਬਸ ਹੋਰ ਕੋਈ ਚਾਰਾ ਨਹੀਂ ਹੁੰਦਾ ਵੀ ਉਹ ਮਰ ਜਾਏ, ਕਿਉਂਕਿ ਸਰਕਾਰੀ ਹਸਪੀਟਲਾਂ ਵਿੱਚ ਤਾਂ ਕੋਈ ਇੰਤਜ਼ਾਮ ਹੀ ਹੈ ਨਹੀਂ ਖਾਸ ਕਰਕੇ ਕਿਸੇ ਗੱਲ ਦਾ ਤਾਂ। ਤੇ ਇਸ ਕਰਕੇ ਸਾਨੂੰ ਉਹਨਾਂ ਇਹ ਜਿਹੇ ਗਲਤ ਜਿਹੜੇ ਖਿਆਲ ਕਰਕੇ ਤੇ ਇਹਨਾਂ ਦਾ ਵਿਰੋਧ ਦਲਿਤ ਸਮਾਜ ਦਾ ਨਹੀਂ ਕਰਨਾ ਚਾਹੀਦਾ। ਦੂਜੀ ਗੱਲ ਇਹ, ਸਾਨੂੰ ਗੁਰਦੁਆਰਿਆਂ ਦੇ ਵਿੱਚ ਖਾਸ ਕਰਕੇ ਮੈਨੇਜਮੈਂਟਾਂ ਵਿੱਚ ਉਹ ਜਿਹੜੇ ਡੇਰਾ ਸਰਸਾ ਤੇ ਹੋਰ ਸਾਰੇ ਨਿਰੇ ਡੇਰੇ ਜਿਹੜੇ ਵੱਧ ਰਹੇ ਆ, ਉਹਨਾਂ ਦਾ ਕਾਰਨ ਇਹ ਹੈ, ਵੱਡਾ ਕਾਰਨ ਵੀ ਅਸੀਂ ਆਪ ਗੁਰਦੁਆਰਿਆਂ 'ਚੋਂ ਇੱਕ ਤਰੀਕੇ ਨਾਲ ਧੱਕਾ ਦਿੰਦੇ ਹਾਂ, ਉਹਨਾਂ ਨੂੰ ਮੈਨੇਜਮੈਂਟਾਂ ਸ਼ਾਮਲ ਨਹੀਂ ਕਰਦੇ। ਅਜੇ ਵੀ ਕਈ ਥਾਵਾਂ ਉੱਤੇ ਅਸੀਂ ਉਹਨਾਂ ਦੀ ਪੂਰੀ ਜਿਹੜੀ ਸ਼ਮੂਲੀਅਤ ਹੈ ਲੰਗਰ 'ਚ ਹੋ ਸਾਰੇ ਤੋਂ ਕਈ ਥਾਵਾਂ ਵਿੱਚ ਅਜੇ ਵੀ ਇਹ ਕਿਹਾ ਜਾਂਦਾ ਹੈ। ਜਾਂ ਬਠਿੰਡੇ ਵਿੱਚ ਇੱਕ ਡੇਰਾ ਹੈ ਜਿਹਦੇ 'ਚ ਓਪਨ ਲੈਵਲ ਉੱਤੇ ਕਿਹਾ ਜਾਂਦਾ ਵੀ ਤੂੰ ਦਲਿਤ ਹੈ, ਤੂੰ ਪਰੇ ਬੈਠ, ਉਹਦੇ ਲਈ ਵੱਖਰੀ ਲਾਈਨ ਲਾਈ ਜਾਂਦੀ ਹੈ ਤੇ ਉਹਨੂੰ ਲੰਗਰ ਨਹੀਂ ਛਕਾਇਆ ਜਾਂਦਾ। ਇਹ ਹਜੇ ਤੱਕ ਵੀ ਤੁਹਾਡੇ ਸਾਹਮਣੇ ਚੱਲ ਰਿਹਾ ਅੱਜ ਦੇ ਯੁੱਗ ਦੇ ਵਿੱਚ। ਇਹ ਚੱਲਣਾ ਨਹੀਂ ਚਾਹੀਦਾ। ਇਹਦੇ ਲਈ ਸਾਨੂੰ ਸਿੰਘ ਸਭਾ ਵੱਲੋਂ ਵੀ, ਹੋਰ ਸਾਰੇ ਸਿੱਖ ਸਮਾਜ ਵੱਲੋਂ ਵੀ ਇਹਦਾ ਉਦਮ ਕਰਨਾ ਚਾਹੀਦਾ ਵੀ ਇਹੋ ਜਿਹੀ ਚੀਜ਼ ਸਾਡੇ ਪੰਜਾਬ 'ਚ ਨਾ ਚੱਲੇ। ਅਸੀਂ ਪੰਜਾਬ ਗੁਰੂਆਂ ਦੀ ਧਰਤੀ, ਜਿੱਥੇ ਗੁਰੂਆਂ ਨੇ 250 ਸਾਲ ਤੱਕ ਇਹੀ ਚੀਜ਼ ਪ੍ਰੈਕਟਿਸ ਕੀਤੀ ਹੈ ਵੀ ਅਸੀਂ ਬ੍ਰਾਹਮਣੀਕਲ ਜਿਹੜਾ ਬ੍ਰਾਹਮਣਵਾਦੀ ਜਿਹੜਾ ਜਾਤ ਪਾਤ ਹੈ ਉਹਦਾ ਖੰਡਨ ਕੀਤਾ ਤੇ ਉਹਨੂੰ ਤੋੜਿਆ, ਪ੍ਰੈਕਟੀਕਲ ਰੂਪ 'ਚ ਤੋੜਿਆ। ਜੇ ਉੱਥੇ ਫਿਰ ਮੁੜ ਕੇ ਇਹ ਸਾਰੀਆਂ ਅਲਾਮਤਾਂ ਖੜੀਆਂ ਹੋ ਜਾਣ ਤਾਂ ਐਦੋਂ ਵੱਡੀ ਕੋਈ ਮਾੜੀ ਗੱਲ ਨਹੀਂ ਹੋ ਸਕਦੀ ਜਿਹਦਾ ਸਾਨੂੰ ਵਿਰੋਧ ਕਰਨਾ ਚਾਹੀਦਾ। ਅਸੀਂ ਇਸ ਵੱਡੇ ਨਜ਼ਰੀਏ ਤੋਂ, ਇਸ ਵੱਡੇ ਪਰਸਪੈਕਟਿਵ ਤੋਂ, ਇਸ ਦੀ ਕਾਂਗਰਸ ਵੱਲੋਂ ਜਾਂ ਕਿਸੇ ਇੱਕ ਪਾਰਟੀ ਵੱਲੋਂ ਦਲਿਤ ਨੂੰ ਚੀਫ ਮਿਨਿਸਟਰ ਦਾ ਉਮੀਦਵਾਰ ਬਣਾਉਣ ਨੂੰ ਅਸੀਂ ਇੱਕ ਬਹੁਤ ਸ਼ਲਾਘਾਯੋਗ ਕਦਮ ਸਮਝਦੇ ਹਾਂ ਤੇ ਇਹਦੇ ਅਸੀਂ ਹੱਕ ਵਿੱਚ ਬਹੁਤ ਪੁਰਜੋਰ ਆਵਾਜ਼ ਉਠਾਉਣ ਲਈ ਬਾਕੀ ਸਾਰਿਆਂ ਲੋਕਾਂ ਨੂੰ, ਸਿੱਖਾਂ ਨੂੰ ਅਪੀਲ ਕਰਦੇ ਹਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।